ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਭਨਾਂ ਦਾ ਸਵਾਗਤ ਕਰਦੇ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪ੍ਰਭੂ ਯਿਸੂ ਜੀ ਦਾ ਚੇਲਾ ਬਣਨ ਬਾਰੇ ਗੌਰ ਕੀਤਾ। ਅਸੀਂ ਜਾਣਿਆ ਕਿ ਸੱਚਾ ਚੇਲਾ ਉਹ ਹੈ ਜੋ ਪ੍ਰਭੂ ਯਿਸੂ ਜੀ ਦੀ ਆਗਿਆਵਾਂ ਦਾ ਪਾਲਣ ਕਰਦਾ ਹੈ, ਉਹਨਾਂ ਦੇ ਵਚਨਾਂ ਦੇ ਉੱਤੇ ਚੱਲਦਾ ਹੈ ਅਤੇ ਜੋ ਪ੍ਰਭੂ ਯਿਸੂ ਜੀ ਕਰਦੇ ਹਨ ਉਹ ਉਹੀ ਕਰਦਾ ਹੈ। ਦੋਸਤੋ, ਅੱਜ ਅਸੀਂ ਆਪਣੇ ਅਧਿਐਨ ਦੇ ਵਿੱਚ ਮਰਕੁਸ ਦੀ ਅੰਜੀਲ ਦੇ 2 ਅਧਿਆਏ ਦੇ 1 ਆਇਤ ਤੋਂ ਲੈ ਕੇ 12 ਆਇਤ ਤੱਕ ਦੇ ਵਚਨਾਂ ਦਾ ਅਧਿਐਨ ਕਰਾਂਗੇ। ਸਾਡੇ ਅੱਜ ਦੇ ਅਧਿਐਨ ਦਾ ਵਿਸ਼ਾ ਹੈ ਮਾਫ ਕਰਨ ਦਾ ਅਖਤਿਆਰ। ਇਸ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਯਿਸੂ ਦੇ ਬੋਧ ਦੇ ਚਮਤਕਾਰ। ਉਸਨੇ 4 ਵਫਾਦਾਰ ਮਨੁੱਖਾਂ ਦੇ ਦਿਲਾਂ ਨੂੰ ਵੇਖਿਆ। ਉਸਨੇ ਅਧਰੰਗੀ ਦੇ ਦਿਲ ਨੂੰ ਵੇਖਿਆ, ਉਸਨੇ ਫਰੀਸੀ ਦੇ ਦਿਲ ਨੂੰ ਦੇਖਿਆ। ਨੰਬਰ 2, ਯਿਸੂ ਦੇ ਅਖਤਿਆਰ ਦਾ ਚਮਤਕਾਰ। ਅਖਤਿਆਰ ਪ੍ਰਦਰਸ਼ਿਤ ਹੋਇਆ, ਸਬੂਤ ਦਿਖਾਇਆ ਗਿਆ। ਨੰਬਰ 3, ਯਿਸੂ ਦੇ ਮਾਫੀ ਦਾ ਚਮਤਕਾਰ। ਇਸ ਦੇ ਵਿੱਚ ਅਸੀਂ 2 ਪ੍ਰਾਸੰਗਿਕਤਾਵਾਂ ਨੂੰ ਵੇਖਾਂਗੇ। ਨੰਬਰ 1, ਅਧਰੰਗੀ ਅਤੇ ਪਾਪ ਦੀ ਤਸਵੀਰ। ਨੰਬਰ 2, ਮਿੱਤਰਾਂ ਨੂੰ ਯਿਸੂ ਜੀ ਦੇ ਕੋਲ ਲੈ ਕੇ ਆਉਣ ਦਾ ਮੌਕਾ। ਸੋ ਦੋਸਤੋ, ਕੀ ਤੁਸੀਂ ਤਿਆਰ ਹੋ ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਲਈ? ਤਾਂ ਫਿਰ ਆਓ ਛੇਤੀ ਨਾਲ ਆਪਣੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ। ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਮਾਫ ਕਰਨ ਦਾ ਇਖਤਿਆਰ। ਮਰਕਸ 2 ਅਧਿਆਏ 1 ਵਚਨ ਤੋਂ ਲੈ ਕੇ 12 ਵਚਨ ਤੱਕ। ਨੰਬਰ 1, ਯਿਸੂ ਦੇ ਬੋਧ ਦੇ ਚਮਤਕਾਰ। ਭਾਗ ਊੜਾ, ਉਸਨੇ 4 ਵਫਾਦਾਰ ਮਨੁੱਖਾਂ ਦੇ ਦਿਲਾਂ ਨੂੰ ਵੇਖਿਆ। ਭਾਗ ਐੜਾ, ਉਸਨੇ ਅਧਰੰਗੀ ਦੇ ਦਿਲ ਨੂੰ ਵੇਖਿਆ। ਭਾਗ ਈੜੀ, ਉਸਨੇ ਫਰੀਸੀ ਦੇ ਦਿਲ ਨੂੰ ਵੇਖਿਆ। ਨੰਬਰ 2, ਯਿਸੂ ਦੇ ਇਖਤਿਆਰ ਦਾ ਚਮਤਕਾਰ। ਭਾਗ ਊੜਾ, ਇਖਤਿਆਰ ਪ੍ਰਦਰਸ਼ ਹੋਇਆ। ਭਾਗ ਐੜਾ, ਸਬੂਤ ਵਿਖਾਇਆ ਗਿਆ। ਨੰਬਰ 3, ਯਿਸੂ ਦੀ ਮਾਫੀ ਦਾ ਚਮਤਕਾਰ। 2 ਪ੍ਰਸੰਗਿਕਤਾ। ਨੰਬਰ 1, ਅਧਰੰਗੀ ਅਤੇ ਪਾਪ ਦੀ ਤਸਵੀਰ। ਨੰਬਰ 2, ਮਿੱਤਰਾਂ ਨੂੰ ਯਿਸੂ ਕੋਲ ਲੈ ਕੇ ਆਉਣ ਦਾ ਮੌਕਾ। ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ, ਜਦੋਂ ਤੁਸੀਂ ਮਸੀਹ ਵਿੱਚ ਆਏ ਤਾਂ ਉਹ ਫੈਸਲਾ ਲੈਣ ਵਿੱਚ ਤੁਹਾਡੇ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਸ ਸ਼ਖਸ ਦਾ ਸੀ? ਜੇ ਤੁਸੀਂ ਯਿਸੂ ਮਸੀਹ ਦੇ ਚੇਲੇ ਹੋ, ਜੇ ਤੁਸੀਂ ਯਿਸੂ ਨੂੰ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਕਰ ਲਿਆ ਹੈ, ਤਾਂ ਤੁਹਾਡੀ ਜ਼ਿੰਦਗੀ ਵਿੱਚ ਸ਼ਾਇਦ ਕੋਈ ਇੱਕ ਸ਼ਖਸ, ਕੋਈ ਨਾ ਕੋਈ, ਸ਼ਾਇਦ ਇੱਕ ਤੋਂ ਵੱਧ ਵੀ ਹੋ ਸਕਦੇ ਹਨ, ਪਰ ਇੱਕ ਸ਼ਖਸ ਨੇ ਤੁਹਾਨੂੰ ਇਸ ਰਾਸਤੇ ਤੇ ਲਿਆਉਣ ਵਿੱਚ ਤੁਹਾਡੀ ਮਦਦ ਕੀਤੀ ਹੈ। ਉਹ ਕਿਹੜਾ ਸ਼ਖਸ ਹੈ ਜਿਸ ਨੇ ਤੁਹਾਨੂੰ ਮਸੀਹ ਵਿੱਚ ਲਿਆਂਦਾ ਹੈ? ਉਸ ਨੇ ਸ਼ਾਇਦ ਤੁਹਾਨੂੰ ਸੁਸਮਾਚਾਰ ਨਹੀਂ ਦੱਸਿਆ ਹੋਵੇਗਾ, ਪਰ ਇਹ ਉਹ ਸ਼ਖਸ ਹੈ ਜਿਸ ਦਾ ਤੁਹਾਡੀ ਜ਼ਿੰਦਗੀ ਤੇ ਬਹੁਤ ਵੱਡਾ ਪ੍ਰਭਾਵ ਹੈ। ਕਿਉਂਕਿ ਤੁਸੀਂ ਵੇਖੋ, ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਜੋ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਕਿਰਦਾਰ ਦਾ ਅਦਾ ਕਰਦਾ ਹੈ। ਸਾਡੀ ਅੱਜ ਦੀ ਕਹਾਣੀ ਮਰਕਸ ਦੀ ਅੰਜੀਲ 2 ਅਧਿਆਏ 1 ਵਚਨ ਤੋਂ ਲੈ ਕੇ 12 ਵਿੱਚ ਲਿਖੀ ਹੋਈ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀਆਂ ਬਾਈਬਲਾਂ ਵਿੱਚੋਂ ਇਹ ਵਚਨ ਕੱਢੋ। ਅਸੀਂ ਸ਼ੁਰੂ ਵਿੱਚ ਇਸ ਨੂੰ ਇਕੱਠਾ ਨਹੀਂ ਪੜ੍ਹਾਂਗੇ, ਪਰ ਅਸੀਂ ਮਿਲ ਕੇ ਇਸ ਦੇ ਵਿੱਚੋਂ ਦੀ ਚੱਲਾਂਗੇ ਅਤੇ ਅਸੀਂ ਕਿਸੇ ਨੂੰ ਮਸੀਹ ਵਿੱਚ ਲਿਆਉਣ ਦੇ ਪ੍ਰਭਾਵ ਦੀ ਸ਼ਕਤੀ ਬਾਰੇ ਗੱਲ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਯਿਸੂ ਦੇ ਜੀਵਨ ਦਾ ਅਧਿਐਨ ਕਰ ਰਹੇ ਹਾਂ ਅਤੇ ਅਸੀਂ ਉਸ ਬਾਰੇ ਉਸਦੇ ਵਚਨਾਂ ਅਤੇ ਕੰਮਾਂ ਰਾਹੀਂ ਸਿੱਖ ਰਹੇ ਹਾਂ ਅਤੇ ਅਸੀਂ ਉਸ ਤਰੀਕੇ ਨਾਲ ਸਿੱਖ ਰਹੇ ਹਾਂ ਕਿ ਜਿਸ ਨਾਲ ਤੁਸੀਂ ਕਿਸੇ ਨੂੰ ਉਸ ਦੇ ਕਹਿਣ ਅਤੇ ਕਰਨ ਅਨੁਸਾਰ ਜਾਣਦੇ ਹੋ। ਅਸੀਂ ਯਿਸੂ ਨੂੰ ਨਿਕੋਦਿਮਸ ਨਾਲ ਅਤੇ ਸਾਮਰੀਆ ਦੀ ਔਰਤ ਨਾਲ ਗੱਲਬਾਤ ਕਰਦੇ ਵੇਖਦੇ ਹਾਂ ਅਤੇ ਅਸੀਂ ਉਸ ਨੂੰ ਚਮਤਕਾਰ ਕਰਦੇ ਵੀ ਵੇਖ ਚੁੱਕੇ ਹਾਂ ਅਤੇ ਥੋੜਾ ਕਰਕੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਉਸ ਦੇ ਦਿਲ ਨੂੰ ਸਮਝਣਾ ਸ਼ੁਰੂ ਕਰ ਰਹੇ ਹਾਂ। ਅਤੇ ਜਿਵੇਂ ਕਿ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਹੈ, ਉਹ ਦੂਜੇ ਰਿਸ਼ਤਿਆਂ ਨਾਲੋਂ ਭਿੰਨ ਹੈ। ਜਿੰਨਾ ਜ਼ਿਆਦਾ ਤੁਸੀਂ ਉਸ ਨੂੰ ਜਾਣਦੇ ਹੋ, ਓਨਾ ਜ਼ਿਆਦਾ ਤੁਸੀਂ ਉਸ ਨੂੰ ਪਸੰਦ ਕਰਦੇ ਹੋ। ਤੁਸੀਂ ਜਾਣਦੇ ਹੋ, ਜੇ ਤੁਸੀਂ ਕੁਝ ਲੋਕਾਂ ਦੇ ਕਰੀਬ ਹੋ ਜਾਂਦੇ ਹੋ, ਤੁਸੀਂ ਸੱਚਮੁੱਚ ਉਹਨਾਂ ਨੂੰ ਓਨਾ ਪਸੰਦ ਨਹੀਂ ਕਰਦੇ ਜਿੰਨਾ ਤੁਸੀਂ ਉਹਨਾਂ ਤੋਂ ਦੂਰ ਰਹਿ ਕੇ ਉਹਨਾਂ ਨੂੰ ਪਸੰਦ ਕਰਦੇ ਸੀ। ਪਰ ਯਿਸੂ ਨੂੰ ਤੁਸੀਂ ਜਿੰਨਾ ਜ਼ਿਆਦਾ ਜਾਣਦੇ ਹੋ, ਉਹ ਤੁਹਾਡੇ ਲਈ ਓਨਾ ਖਾਸ ਬਣਦਾ ਜਾਂਦਾ ਹੈ। ਭਾਵੇਂ ਤੁਸੀਂ ਮਸੀਹੀ ਹੋ ਜਾਂ ਨਹੀਂ, ਯਿਸੂ ਨੂੰ ਜਾਣਨਾ ਤੁਹਾਨੂੰ ਉਸ ਦੇ ਦਿਲ ਦੇ ਕਰੀਬ ਲੈ ਜਾਂਦਾ ਹੈ। ਅਤੇ ਅੱਜ ਤੁਸੀਂ ਇਹ ਗੱਲ ਉਸ ਪਾਠ ਵਿੱਚ ਸਿੱਖੋਗੇ ਜੋ ਸਾਡੇ ਸਾਹਮਣੇ ਹੈ, ਜਿਸ ਬਾਰੇ ਅਸੀਂ ਸਿੱਖਣ ਜਾ ਰਹੇ ਹਾਂ। ਅਸੀਂ ਸਾਡੇ ਪ੍ਰਭੂ ਦੇ ਚਮਤਕਾਰਾਂ ਵਿੱਚੋਂ ਇੱਕ ਹੋਰ ਚਮਤਕਾਰ ਬਾਰੇ ਗੱਲ ਕਰਨ ਜਾ ਰਹੇ ਹਾਂ ਅਤੇ ਜਿਸ ਚਮਤਕਾਰ ਬਾਰੇ ਅਸੀਂ ਗੱਲ ਕਰਨ ਵਾਲੇ ਹਾਂ,
ਉਹ ਕਫਰਨਹੂਮ ਸ਼ਹਿਰ ਵਿੱਚ ਹੋਇਆ ਸੀ, ਜਿੱਥੇ ਯਿਸੂ ਗਲੀਲ ਤੋਂ ਹੋ ਕੇ ਬਾਅਦ ਵਿੱਚ ਆਇਆ ਸੀ। ਹੁਣ ਯਾਦ ਕਰੋ, ਯਿਸੂ ਦੇ ਪਹਿਲੇ 2 ਚਮਤਕਾਰ ਗਲੀਲ ਦੇ ਕਾਨਾ ਵਿੱਚ ਕੀਤੇ ਗਏ ਸਨ, ਅਤੇ ਯਾਦ ਕਰੋ ਕਿ ਯਿਸੂ ਨੂੰ ਗਲੀਲ ਜਾਣ ਲਈ ਸਾਮਰੀਆ ਦੇ ਵਿੱਚੋਂ ਦੀ ਲੰਘਣਾ ਪਿਆ, ਜੋ ਕਿ ਯਹੂਦੀ ਨਿਯਮਾਂ ਦੇ ਉਲੰਘਣਾ ਸੀ। ਹੁਣ ਯਿਸੂ ਵਾਪਸ ਕਫਰਨਹੂਮ ਵਿੱਚ ਆ ਗਿਆ, ਉਹ ਥਾਂ ਜਿੱਥੇ ਉਸਨੇ ਬਹੁਤ ਸਾਰੇ ਸ਼ਕਤੀਸ਼ਾਲੀ ਕੰਮ ਕੀਤੇ ਸਨ। ਅਤੇ ਪਵਿੱਤਰ ਵਚਨ ਸਾਨੂੰ ਦੱਸਦਾ ਹੈ ਕਿ ਜਦੋਂ ਉਹ ਵਾਪਸ ਕਫਰਨਹੂਮ ਵਿੱਚ ਗਿਆ, ਉਹ ਇੱਕ ਪਰਿਵਾਰ ਨਾਲ ਰਿਹਾ, ਉਹ ਇੱਕ ਘਰ ਵਿੱਚ ਠਹਿਰਿਆ। ਪਵਿੱਤਰ ਵਚਨ ਕਹਿੰਦਾ ਹੈ ਕਿ ਉਹ ਇੱਕ ਘਰ ਵਿੱਚ ਠਹਿਰਿਆ, ਅਤੇ ਹਾਲੇ ਕਿ ਇਹ ਸਾਨੂੰ ਇਹ ਨਹੀਂ ਦੱਸਦਾ ਕਿ ਇਹ ਕਿਸ ਦਾ ਘਰ ਸੀ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਸ਼ਮਾਉਨ ਪਤਰਸ ਦੇ ਘਰ ਵਿੱਚ ਸੀ। ਇਸ ਖਾਸ ਦਿਨ ਪਤਰਸ ਦੇ ਘਰ ਵਿੱਚ ਇੱਕ ਵੱਡੀ ਭੀੜ ਇਕੱਠੀ ਹੋਈ ਸੀ, ਅਤੇ ਮਰਕਸ ਯਿਸੂ ਦੀ ਉਸ ਘਰ ਵਿੱਚ ਮੌਜੂਦਗੀ ਦਾ ਵਰਣਨ ਕਰਨ ਲਈ ਇੱਕ ਦਿਲਚਸਪ ਸ਼ਬਦਾਵਲੀ ਵਰਤਦਾ ਹੈ। ਅਧਿਆਇ 2 ਦੀ ਪਹਿਲੀ ਐਤ ਵਿੱਚ ਅਸੀਂ ਪੜ੍ਹਦੇ ਹਾਂ, ਕਿੰਨਿਆਂ ਦਿਨਾਂ ਪਿੱਛੋਂ ਜਾਂ ਉਹ ਕਫਰਨਹੂਮ ਵਿੱਚ ਫਿਰ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ। ਹੁਣ ਪਵਿੱਤਰ ਵਚਨ ਸਾਨੂੰ ਅੱਗੇ ਦੱਸਦਾ ਹੈ ਕਿ ਜਦੋਂ ਯਿਸੂ ਘਰ ਵਿੱਚ ਸੀ, ਇੱਕ ਵੱਡੀ ਭੀੜ ਇਕੱਠੀ ਹੋਈ ਸੀ। ਇੱਕ ਹੋਰ ਬੰਦੇ ਦੇ ਬੈਠਣ ਲਈ ਥਾਂ ਵੀ ਨਹੀਂ ਸੀ। ਐਤ 2 ਪੜ੍ਹੋ, ਤਾਂ ਇੰਨੇ ਲੋਕ ਇਕੱਠੇ ਹੋਏ ਜੋ ਬੂਹੇ ਦੇ ਅੱਗੇ ਵੀ ਥਾਂ ਨਹੀਂ ਰਿਹਾ, ਅਤੇ ਉਸ ਨੇ ਉਹਨਾਂ ਨੂੰ ਵਚਨ ਸੁਣਾਇਆ। ਹੁਣ ਮੱਤੀ ਅਤੇ ਲੂਕਾ ਵਿੱਚ ਵੀ ਇਹ ਕਹਾਣੀ ਲਿਖੀ ਹੋਈ ਹੈ। ਬਹੁਤ ਹੀ ਦਿਲਚਸਪ ਗੱਲ ਹੈ ਕਿ ਇਹ ਕਹਾਣੀ ਯਹੂਨਾ ਦੀ ਅੰਜੀਲ ਵਿੱਚ ਨਹੀਂ ਪਾਈ ਜਾਂਦੀ, ਪਰ ਮੱਤੀ ਅਤੇ ਲੂਕਾ ਨੇ ਉਹ ਲਿਖਿਆ ਹੈ ਜੋ ਇਸ ਦਿਨ ਹੋਇਆ ਸੀ। ਅਤੇ ਬੇਸ਼ੱਕ ਜਿਵੇਂ ਕਿ ਤੁਸੀਂ ਜਾਣਦੇ ਹੋ, ਜੇ ਤੁਸੀਂ ਅੰਜੀਲਾਂ ਦੀਆਂ ਸਾਰੀਆਂ ਕਹਾਣੀਆਂ ਪੜ੍ਹੋ, ਜਦੋਂ ਉਹ ਇੱਕੋ ਹੀ ਘਟਨਾ ਬਾਰੇ ਦੱਸਦੀਆਂ ਹਨ ਤਾਂ ਤੁਹਾਨੂੰ ਪੂਰੀ ਕਹਾਣੀ ਮਿਲਦੀ ਹੈ। ਹੁਣ ਲੂਕਾ ਦੇ ਲੇਖੇ ਜੋਖੇ ਵਿੱਚ ਅਸੀਂ ਲੂਕਾ 5:17 ਵਿੱਚ ਪੜ੍ਹਦੇ ਹਾਂ, ਇੱਕ ਦਿਨ ਐਂ ਹੋਇਆ ਕਿ ਜਿਸ ਵੇਲੇ ਉਹ ਉਪਦੇਸ਼ ਕਰਦਾ ਸੀ ਤਾਂ ਇੱਕ ਫਰੀਸੀ ਅਤੇ ਤਰੇ ਦੇ ਪੜ੍ਹਾਉਣ ਵਾਲੇ, ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦੀਆ ਤੇ ਯਰੂਸ਼ਲਮ ਤੋਂ ਆਏ ਸਨ, ਉੱਥੇ ਬੈਠੇ ਅਤੇ ਪ੍ਰਭੂ ਦੀ ਸਾਮਰਥ ਚੰਗਾ ਕਰਨ ਲਈ ਉਹਦੇ ਨਾਲ ਸੀ। ਲੂਕਾ ਸਾਨੂੰ ਦੱਸਦਾ ਹੈ ਕਿ ਉਸ ਦਿਨ ਪਤਰਸ ਦੇ ਘਰ ਵਿੱਚ ਬਹੁਤ ਹੀ ਸੂਝਵਾਨ ਲੋਕ ਇਕੱਠੇ ਹੋਏ ਸਨ, ਯਹੂਦੀਆ ਅਤੇ ਫਰੀਸੀ ਅਤੇ ਤਰੇ ਦੇ ਪੜ੍ਹਾਉਣ ਵਾਲੇ। ਅਤੇ ਲੂਕਾ ਸਾਨੂੰ ਦੱਸਦਾ ਹੈ ਕਿ ਇਹ ਲੋਕ ਪਤਰਸ ਦੇ ਘਰ ਵਿੱਚ ਇਕੱਠੇ ਹੋਏ ਸਨ, ਅਤੇ ਉਹ ਗਲੀਲ ਤੋਂ ਆਏ ਹੋਏ ਸਨ, ਉਹ ਯਹੂਦੀਆ ਤੋਂ ਆਏ ਹੋਏ ਸਨ, ਉਹ ਯਰੂਸ਼ਲਮ ਤੋਂ ਆਏ ਹੋਏ ਸਨ। ਇੰਜ ਜਾਪਦਾ ਹੈ ਕਿ ਉਸ ਦਿਨ ਪਤਰਸ ਦੇ ਘਰ ਵਿੱਚ ਯਹੂਦੀ ਸਮੁਦਾਇ ਇਕੱਠਾ ਹੋਇਆ ਹੈ, ਅਤੇ ਪਵਿੱਤਰ ਵਚਨ ਕਹਿੰਦਾ ਹੈ ਕਿ ਉੱਥੇ ਚੰਗਾਈ ਹੋ ਰਹੀ ਸੀ, ਕੁਝ ਚਮਤਕਾਰ ਹੋ ਰਹੇ ਸਨ। ਉਸ ਦਿਨ ਬਹੁਤ ਹੀ ਸੂਝਵਾਨ ਭੀੜ ਇਕੱਠੀ ਹੋਈ ਸੀ। ਇਸ ਵਿਦਵਾਨ ਸਮੂਹ ਨੂੰ ਬਾਈਬਲ ਕਹਿੰਦੀ ਹੈ ਯਿਸੂ ਨੇ ਉਹਨਾਂ ਨੂੰ ਵਚਨ ਸੁਣਾਇਆ। ਉਸ ਨੇ ਉਹਨਾਂ ਨਾਲ ਯਹੂਦੀ ਰਸਮਾਂ ਬਾਰੇ ਗੱਲ ਨਹੀਂ ਕੀਤੀ। ਉਸ ਨੇ ਉਹਨਾਂ ਨਾਲ ਇਸ ਬਾਰੇ ਚਰਚਾ ਨਹੀਂ ਕੀਤੀ ਕਿ ਗਲੀਲ ਵਿੱਚ ਕੀ ਮੁੱਦੇ ਸਨ ਜਿੱਥੋਂ ਉਹ ਹੁਣੇ-ਹੁਣੇ ਪਰਤ ਕੇ ਆਇਆ ਸੀ। ਬਾਈਬਲ ਕਹਿੰਦੀ ਹੈ ਕਿ ਜਦੋਂ ਇਹ ਝੁੰਡ ਇਕੱਠਾ ਹੋ ਗਿਆ, ਉਸ ਨੇ ਉਹਨਾਂ ਨੂੰ ਵਚਨ ਸੁਣਾਇਆ। ਇਹ ਇੱਕ ਮਹਾਨ ਵਿਚਾਰ ਹੈ ਕਿ ਨਹੀਂ? ਯਿਸੂ ਉੱਚ ਜਾਤੀ ਦੇ ਲੋਕਾਂ ਨੂੰ ਵਚਨ ਸੁਣਾ ਰਿਹਾ ਹੈ। ਯਿਸੂ ਆਪਣੇ ਸਮੇਂ ਦੇ ਵਿਦਵਾਨਾਂ ਨੂੰ ਵਚਨ ਸੁਣਾ ਰਿਹਾ ਹੈ। ਯਿਸੂ ਫਰੀਸੀਆਂ ਨੂੰ, ਯਹੂਦੀਆਂ ਨੂੰ ਅਤੇ ਗ੍ਰੰਥੀਆਂ ਨੂੰ ਵਚਨ ਸੁਣਾ ਰਿਹਾ ਹੈ। ਉਸ ਨੇ ਵਚਨ ਸੁਣਾਇਆ। ਕਿਸੇ ਨੇ ਕਿਹਾ ਉਹ ਕਿਸੇ ਕੋਲੋਂ ਨਹੀਂ ਡਰਿਆ। ਉਸ ਨੇ ਉਹਨਾਂ ਨੂੰ ਉਹ ਵਚਨ ਸੁਣਾਇਆ ਜੋ ਉਸ ਨੇ ਆਮ ਲੋਕਾਂ ਨੂੰ ਸੁਣਾਉਣਾ ਸੀ। ਉਸ ਨੇ ਉਹਨਾਂ ਨੂੰ ਵਚਨ ਸੁਣਾਇਆ। ਤੁਸੀਂ ਜਾਣਦੇ ਹੋ, ਕਈ ਵਾਰ ਅਤੇ ਸ਼ਾਇਦ ਤੁਸੀਂ ਵੇਖਿਆ ਵੀ ਹੋਵੇ, ਕੁਝ ਲੋਕ ਇੱਕ ਝੁੰਡ ਨੂੰ ਵਚਨ ਸੁਣਾਉਣਗੇ, ਪਰ ਜਦੋਂ ਉਹ ਕਿਸੇ ਹੋਰ ਝੁੰਡ ਵਿੱਚ ਚਲੇ ਜਾਂਦੇ ਹਨ, ਸ਼ਾਇਦ ਵਿਦਵਾਨਾਂ ਦੇ ਝੁੰਡ ਵਿੱਚ, ਸ਼ਾਇਦ ਅਮੀਰ ਲੋਕਾਂ ਦੇ ਝੁੰਡ ਵਿੱਚ, ਤਾਂ ਉਹ ਆਪਣਾ ਸੰਦੇਸ਼ ਬਦਲ ਦਿੰਦੇ ਹਨ ਅਤੇ ਉਹ ਵਚਨ ਨਹੀਂ ਸੁਣਾਉਂਦੇ। ਯਿਸੂ ਸਾਨੂੰ ਸਿਖਾ ਰਿਹਾ ਹੈ ਕਿ ਅਸੀਂ ਜਿੱਥੇ ਕਿਤੇ ਵੀ ਜਾਈਏ, ਜਿਸ ਕਿਸੇ ਵੀ ਵਾਤਾਵਰਣ ਵਿੱਚ ਹੋਈਏ, ਪਰਮੇਸ਼ਰ ਦਾ ਵਚਨ ਸੁਣਾਉਣਾ ਹੀ ਹਮੇਸ਼ਾ ਸਹੀ ਹੁੰਦਾ ਹੈ। ਅਤੇ ਉਸ ਨੇ ਉਹਨਾਂ ਨੂੰ ਵਚਨ ਸੁਣਾਇਆ। ਜਿਉਂ ਹੀ ਸਾਡੇ ਪ੍ਰਭੂ ਨੇ ਉਸ ਦਿਨ ਵਚਨ ਸੁਣਾਉਣਾ ਸ਼ੁਰੂ ਕੀਤਾ, ਪਤਰਸ ਦੇ ਘਰ ਵਿੱਚ ਸੂਝਵਾਨ ਲੋਕਾਂ ਨੂੰ ਵਚਨ ਸੁਣਾਉਣਾ ਸ਼ੁਰੂ ਕੀਤਾ, ਉਸ ਬੰਦਗੀ ਵਿੱਚ ਕੁਝ ਅਜਿਹਾ ਹੋਇਆ ਜੋ ਜਿੱਥੋਂ ਤੱਕ ਅਸੀਂ ਜਾਣਦੇ ਹਾਂ ਯਿਸੂ ਨਾਲ ਪਹਿਲਾਂ ਕਦੇ ਨਹੀਂ ਸੀ ਹੋਇਆ। ਇਹ ਇੱਕ ਅਨੋਖਾ ਪਲ ਸੀ। ਹੁਣ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਹੈ ਕਿ ਮਰਕਸ ਇੱਕ ਦਿਲਚਸਪ ਲੇਖਕ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਅੰਜੀਲਾਂ ਦੇ ਲੇਖਕਾਂ ਦਾ ਲਿਖਣ ਦਾ ਤਰੀਕਾ ਵੱਖਰਾ-ਵੱਖਰਾ ਹੈ, ਪਰ ਮਰਕਸ ਉਹ ਬੰਦਾ ਹੈ ਜਿਸ ਦਾ ਮਨਪਸੰਦ ਸ਼ਬਦ ਹੈ ਉਸੇ ਵੇਲੇ। ਮਰਕਸ ਹਮੇਸ਼ਾ ਕਹਿੰਦਾ ਹੈ
ਉਸੇ ਵੇਲੇ ਅਤੇ ਉਸ ਨੇ ਉਹ ਗੱਲਾਂ ਪਸੰਦ ਹਨ ਜੋ ਤੇਜ਼-ਤੇਜ਼ ਹੋਣ ਵਾਲੀਆਂ ਹਨ ਅਤੇ ਉਹ ਕਹਾਣੀ ਨੂੰ ਫਟਾਫਟ ਦੱਸਦਾ ਹੈ ਅਤੇ ਇਹ ਖਤਮ ਹੋ ਜਾਂਦੀ ਹੈ। ਪਤਰਸ ਦੇ ਘਰ ਉਸ ਦਿਨ ਜੋ ਹੋਇਆ, ਮਰਕਸ ਦਾ ਤਰਜਮਾ ਇਸ ਤਰ੍ਹਾਂ ਹੈ। ਤਾਂ ਇੰਨੇ ਲੋਕ ਇਕੱਠੇ ਹੋਏ ਜੋ ਬੂਹੇ ਦੇ ਅੱਗੇ ਵੀ ਥਾਂ ਨਾ ਰਿਹਾ ਅਤੇ ਉਸ ਨੇ ਉਹਨਾਂ ਨੂੰ ਵਚਨ ਸੁਣਾਇਆ। ਇੱਕ ਅਧਰੰਗੀ ਨੂੰ ਚੌਹਾਂ ਮਨੁੱਖਾਂ ਕੋਲੋਂ ਚੁਕਵਾ ਕੇ ਉਹਦੇ ਕੋਲ ਲਿਆਏ, ਔਰ ਜਾਂ ਉਹ ਭੀੜ ਕਰਕੇ ਉਹਨਾਂ ਦੇ ਨੇੜੇ ਨਾ ਆ ਸਕੇ ਤਾਂ ਉਹਨਾਂ ਉਸ ਛੱਤ ਵਿੱਚ ਜਿੱਥੇ ਉਹ ਸੀ ਮੋਗ ਕੀਤਾ ਅਤੇ ਜਾਂ ਉਸ ਨੂੰ ਉਧੇੜਿਆ ਤਾਂ ਉਸ ਮੰਜੀ ਨੂੰ ਜਿਹਦੇ ਉੱਤੇ ਉਹ ਅਧਰੰਗੀ ਪਿਆ ਸੀ ਉਤਾਰ ਦਿੱਤਾ। ਅਤੇ ਯਿਸੂ ਨੇ ਉਹਨਾਂ ਦੀ ਨੇਚਾ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ, ਤੇਰੇ ਪਾਪ ਮਾਫ ਹੋਏ। ਵਾਹ! ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਮਰਕਸ ਸਾਨੂੰ ਉਹ ਕਹਾਣੀ ਦੱਸਦਾ ਹੈ ਜੋ ਸ਼ਾਇਦ ਦੁਪਹਿਰ ਬਰਪੀ ਸੀ ਅਤੇ ਉਹ ਇਸ ਨੂੰ ਛੇਤੀ-ਛੇਤੀ ਦੱਸਦਾ ਹੈ, ਇੱਕ ਤੋਂ ਬਾਅਦ ਇੱਕ ਗੱਲ। ਪਰ ਜਦੋਂ ਉਹ ਸਭ ਕੁਝ ਦੱਸ ਹਟਿਆ ਤਾਂ ਤੁਸੀਂ ਜਾਣਦੇ ਹੋ ਕੀ ਹੋਇਆ। ਜਦੋਂ ਯਿਸੂ ਇਹ ਸੂਝਵਾਨ ਭੀੜ ਨੂੰ ਵਚਨ ਸੁਣਾ ਰਿਹਾ ਸੀ ਤਾਂ ਛੱਤ ਤੋਂ ਉਹਨਾਂ ਨੂੰ ਇੱਕ ਸ਼ੋਰ ਸੁਣਾਈ ਦਿੱਤਾ, ਜਦ ਕਿ ਪਹਿਲਾਂ ਕੋਈ ਸ਼ੋਰ ਨਹੀਂ ਸੀ। ਅਚਾਨਕ ਪਤਰਸ ਦੇ ਘਰ ਦੀ ਛੱਤ ਵਿੱਚੋਂ ਇੱਕ ਨਵੇਂ ਮੋਗ ਥਾਣੀ ਥੋੜ੍ਹੀ ਜਿਹੀ ਰੌਸ਼ਨੀ ਚਮਕਣੀ ਸ਼ੁਰੂ ਹੋ ਗਈ। ਇੱਕ ਰੌਸ਼ਨੀ ਹੌਲੀ-ਹੌਲੀ ਵਧਣੀ ਸ਼ੁਰੂ ਹੋ ਗਈ ਅਤੇ ਫਿਰ ਹਰ ਕੋਈ ਹੈਰਾਨ ਹੋ ਗਿਆ, ਕਿਉਂਕਿ ਇੱਕ ਵੱਡਾ ਮੋਗ ਹੋ ਗਿਆ ਅਤੇ ਪਤਰਸ ਦੀ ਛੱਤ ਥਾਣੀ ਹੇਠਾਂ ਇੱਕ ਮੰਜੀ ਉਤਾਰ ਦਿੱਤੀ ਗਈ ਅਤੇ ਉਸ ਮੰਜੀ ਤੇ ਇੱਕ ਅਧਰੰਗੀ ਲੇਟਿਆ ਹੋਇਆ ਸੀ ਅਤੇ ਉਸ ਨੂੰ ਉਸ ਥਾਂ ਉਤਾਰਿਆ ਗਿਆ ਜਿੱਥੇ ਯਿਸੂ ਵਚਨ ਸੁਣਾ ਰਿਹਾ ਸੀ। ਹੁਣ ਇੱਕ ਪਾਲੇ ਰੁਕੋ ਅਤੇ ਸੋਚੋ, ਕੀ ਹੋਵੇਗਾ ਜੇ ਅਸੀਂ ਉਸ ਇਮਾਰਤ ਦੀ ਛੱਤ ਤੋਂ ਟਣ-ਟਣ ਜਾਂ ਧੜਮ-ਧੜਮ ਦੀ ਆਵਾਜ਼ ਨੂੰ ਸੁਣੀਏ ਜਿਸ ਵਿੱਚ ਅਸੀਂ ਬੈਠੇ ਹਾਂ ਅਤੇ ਅਚਾਨਕ ਰੱਸੀਆਂ ਨਾਲ ਲਟਕਦੀ ਹੋਈ ਇੱਕ ਮੰਜੀ ਹੇਠਾਂ ਨੂੰ ਆ ਜਾਵੇ। ਅਸੀਂ ਸ਼ਾਇਦ ਇਸ ਦਾ ਨਿਰੀਖਣ ਕਰਾਂਗੇ ਕਿ ਨਹੀਂ ਕਰਾਂਗੇ। ਅਸੀਂ ਇੱਕ ਪਲ ਲਈ ਰੁਕਾਂਗੇ ਅਤੇ ਜੋ ਹੋ ਰਿਹਾ ਹੈ ਉਸ ਤੇ ਧਿਆਨ ਦੇਵਾਂਗੇ। ਉਸ ਖਾਸ ਦਿਨ ਜਦੋਂ ਯਿਸੂ ਇਸ ਧਰਤੀ ਤੇ ਸੀ, ਉਹਨਾਂ ਦੇ ਘਰ ਦੀਆਂ ਛੱਤਾਂ ਸ਼ਾਇਦ ਇੱਕ ਮਨੁੱਖ ਦੇ ਕੱਦ ਤੋਂ ਜ਼ਿਆਦਾ ਨਹੀਂ ਹੁੰਦੀਆਂ ਸਨ। ਘਰ ਬਹੁਤ ਨੀਵੇਂ ਹੁੰਦੇ ਅਤੇ ਉਹਨਾਂ ਦੀਆਂ ਛੱਤਾਂ ਵੀ ਨੀਵੀਆਂ ਹੁੰਦੀਆਂ ਸਨ। ਜੇ ਤੁਸੀਂ ਅੱਜ ਇਸਰਾਇਲ ਵਿੱਚ ਜਾਓ ਤਾਂ ਤੁਸੀਂ ਵੇਖੋਗੇ ਕਿ ਉੱਥੇ ਹਾਲੇ ਵੀ ਇਹੋ ਜਿਹੇ ਹੀ ਘਰ ਬਣਾਏ ਜਾਂਦੇ ਹਨ। ਘਰ ਨੀਵੇਂ ਹੁੰਦੇ ਸਨ। ਜੇ ਤੁਸੀਂ ਮੇਰੇ ਵਰਗੇ ਲੰਮੇ ਹੋ ਤਾਂ ਤੁਹਾਨੂੰ ਘਰ ਅੰਦਰ ਚੱਲਣ ਫਿਰਨ ਲਈ ਝੁਕਣਾ ਪਵੇਗਾ। ਇਸ ਲਈ ਉਸ ਦਿਨ ਇਹ ਮਨੁੱਖ ਆਪਣੇ ਮਿੱਤਰ ਨੂੰ ਯਿਸੂ ਕੋਲ ਲੈ ਕੇ ਆ ਰਹੇ ਸਨ। ਉਹਨਾਂ ਨੂੰ ਅੰਦਰ ਬਣਨ ਲਈ ਥਾਂ ਨਹੀਂ ਮਿਲੀ ਕਿਉਂਕਿ ਘਰ ਲੋਕਾਂ ਦੀ ਭੀੜ ਨਾਲ ਭਰਿਆ ਪਿਆ ਸੀ। ਸਗੋਂ ਇੱਕ ਬੰਦੇ ਦੇ ਬਣਨ ਦੀ ਥਾਂ ਵੀ ਨਹੀਂ ਸੀ। ਸੋ ਇਹ ਰਚਨਾਤਮਕ ਮਨੁੱਖ ਛੱਤ ਤੇ ਗਏ, ਇੱਕ ਮੋਗ ਕੀਤਾ ਅਤੇ ਆਪਣੇ ਮਿੱਤਰ ਨੂੰ ਛੱਤ ਰਾਹੀਂ ਚੱਲਦੀ ਬੰਦਗੀ ਵਿੱਚ ਉਤਾਰ ਦਿੱਤਾ ਅਤੇ ਉਹਨਾਂ ਨੇ ਉਸ ਬਿਮਾਰ ਬੰਦੇ ਨੂੰ ਇੱਕ ਮੰਜੀ ਨੂੰ ਰੱਸੀਆਂ ਪਾ ਕੇ ਹੇਠਾਂ ਉਤਾਰ ਦਿੱਤਾ। ਉਹਨਾਂ ਨੇ ਛੱਤ ਉੱਤੋਂ ਉਸ ਨੂੰ ਹੌਲੀ-ਹੌਲੀ ਹੇਠਾਂ ਉਸ ਥਾਂ ਤੇ ਉਤਾਰ ਦਿੱਤਾ ਜਿੱਥੇ ਯਿਸੂ ਬੈਠਾ ਹੋਇਆ ਸੀ। ਜਦੋਂ ਇਸ ਕਹਾਣੀ ਦਾ ਅਧਿਐਨ ਕਰਦੇ ਹਾਂ, ਇੱਕ ਚਮਤਕਾਰ ਹੈ ਜੋ ਇਸ ਮਨੁੱਖ ਦੀ ਜ਼ਿੰਦਗੀ ਵਿੱਚ ਹੋਣ ਜਾ ਰਿਹਾ ਹੈ। ਪਰ ਇਸ ਚਮਤਕਾਰ ਦੇ ਹੋਣ ਤੋਂ ਪਹਿਲਾਂ ਹੋਰ ਵੀ ਚਮਤਕਾਰ ਹਨ ਜਿਨ੍ਹਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਉਹਨਾਂ ਦੀ ਕੋਈ ਲਿਖਤ ਹੈ। ਜਦੋਂ ਅਸੀਂ ਇਸ ਮਨੁੱਖ ਦੇ ਚਮਤਕਾਰ ਵੱਲ ਅੱਗੇ ਵੱਧਦੇ ਹਾਂ ਜਿਸ ਨੂੰ ਘਰ ਵਿੱਚ ਛੱਤ ਰਾਹੀਂ ਉਤਾਰਿਆ ਗਿਆ ਸੀ, ਤਾਂ ਮੈਂ ਉਹਨਾਂ ਚਮਤਕਾਰਾਂ ਨੂੰ ਦੱਸਣਾ ਪਸੰਦ ਕਰਾਂਗਾ। ਨੰਬਰ 1, ਯਿਸੂ ਦੇ ਬੋਧ ਦੇ ਚਮਤਕਾਰ। ਸਭ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵਚਨ ਵਿੱਚ ਯਿਸੂ ਦੇ ਬੋਧ ਦੇ ਚਮਤਕਾਰ ਤੇ ਗੌਰ ਕਰੋ। ਯਿਸੂ ਦੇ ਬੋਧ ਦੇ ਚਮਤਕਾਰ। ਭਾਗ ਊੜਾ। ਉਸ ਨੇ 4 ਵਫਾਦਾਰ ਮਨੁੱਖਾਂ ਦੇ ਦਿਲਾਂ ਨੂੰ ਵੇਖਿਆ। ਦੂਜੇ ਅਧਿਆਇ ਦੀ 5 ਐਤ ਤੇ ਧਿਆਨ ਦਿਓ ਜੋ ਕਹਿੰਦੀ ਹੈ, ਜਦੋਂ ਯਿਸੂ ਨੇ ਉਹਨਾਂ ਦੀ ਨੇਚਾ ਵੇਖੀ। ਹੁਣ ਪ੍ਰਣਾਮ ਤੇ ਗੌਰ ਕਰੋ। ਇੱਥੇ ਬਹੁਵਚਨ ਪ੍ਰਣਾਮ ਹੈ। ਉਹ ਇੱਥੇ ਖਾਸ ਸਥਿਤੀ ਵਿੱਚ ਅਧਰੰਗੀ ਦੀ ਨੇਚਾ ਬਾਰੇ ਗੱਲ ਕਰ ਰਿਹਾ ਹੈ। ਉਹ 4 ਮਨੁੱਖਾਂ ਦੀ ਨੇਚਾ ਬਾਰੇ ਗੱਲ ਕਰ ਰਿਹਾ ਹੈ ਜਿਹੜੇ ਉਸ ਨੂੰ ਯਿਸੂ ਕੋਲ ਲੈ ਕੇ ਆਏ। ਪਵਿੱਤਰ ਵਚਨ ਕਹਿੰਦਾ ਹੈ, ਜਦੋਂ ਯਿਸੂ ਨੇ ਉਹਨਾਂ ਦੀ ਨੇਚਾ ਨੂੰ ਵੇਖਿਆ ਤਾਂ ਉਸ ਨੇ ਅਧਰੰਗੀ ਨੂੰ ਸੰਬੋਧਿਤ ਕੀਤਾ। ਯਿਸੂ ਨੇ ਉਹਨਾਂ 4 ਮਨੁੱਖਾਂ ਦੇ ਦਿਲਾਂ ਅੰਦਰ ਵੇਖਿਆ ਜਿਹੜੇ ਆਪਣੇ ਮਿੱਤਰ ਨੂੰ ਉਸ ਕੋਲ ਲੈ ਕੇ ਆਏ ਸਨ। ਇਹ ਮਨੁੱਖ ਨਾ ਸਿਰਫ ਉਸ ਦੀ ਆਪਣੀ ਨੇਚਾ ਕਾਰਨ ਚੰਗਾ ਹੋਇਆ, ਪਰ ਉਹ ਆਪਣੇ ਮਿੱਤਰਾਂ ਦੀ ਨੇਚਾ ਕਾਰਨ ਵੀ ਚੰਗਾ ਹੋਇਆ। ਘਰ ਵਿੱਚ ਦੂਜਿਆਂ ਨੇ ਇਹਨਾਂ ਮਨੁੱਖਾਂ ਦੀ ਸੱਚਾਈ ਅਤੇ ਤਰਸ ਅਤੇ ਪਿਆਰ ਨੂੰ ਵੇਖਿਆ, ਪਰ ਯਿਸੂ ਨੇ
ਇਹਨਾਂ ਸਭਨਾਂ ਗੱਲਾਂ ਤੋਂ ਪਰੇ ਉਹਨਾਂ ਦੀ ਨੇਚਾ ਨੂੰ ਵੇਖਿਆ। ਇਹਨਾਂ ਚਾਰ ਮਨੁੱਖਾਂ ਨੇ ਵਿਸ਼ਵਾਸ ਕੀਤਾ ਕਿ ਯਿਸੂ ਉਹਨਾਂ ਦੇ ਮਿੱਤਰ ਦੀ ਜ਼ਿੰਦਗੀ ਵਿੱਚ ਫਰਕ ਪੈਦਾ ਕਰ ਸਕਦਾ ਸੀ। ਆਪਣੇ ਮਿੱਤਰ ਨੂੰ ਯਿਸੂ ਕੋਲ ਲਿਆਉਣ ਲਈ ਉਹਨਾਂ ਵਾਸਤੇ ਕੋਈ ਵੀ ਹੱਦ ਉੱਚੀ ਨਹੀਂ ਸੀ। ਕੋਈ ਵੀ ਮੁਸ਼ਕਿਲ ਵੱਡੀ ਨਹੀਂ ਸੀ ਅਤੇ ਯਿਸੂ ਨੇ ਇਸ ਗੱਲ ਤੇ ਧਿਆਨ ਦਿੱਤਾ। ਉਸ ਨੇ ਉਹਨਾਂ ਦੇ ਦਿਲਾਂ ਵਿੱਚ ਝਾਕਿਆ ਅਤੇ ਯਿਸੂ ਨੇ ਵੇਖਿਆ ਕਿ ਉਹਨਾਂ ਨੇ ਜੋ ਕੀਤਾ ਹੈ ਉਸ ਨੂੰ ਕਰਨ ਲਈ ਪ੍ਰੋਤਸਾਹਿਤ ਕਰਨ ਵਾਲੀ ਚੀਜ਼ ਉਹਨਾਂ ਦੀ ਨੇਚਾ ਸੀ ਕਿ ਯਿਸੂ ਉਹਨਾਂ ਦੇ ਮਿੱਤਰ ਦੀ ਜ਼ਿੰਦਗੀ ਵਿੱਚ ਫਰਕ ਪੈਦਾ ਕਰ ਸਕਦਾ ਸੀ। ਯਿਸੂ ਅੱਜ ਵੀ ਸਾਡੇ ਦਿਲਾਂ ਵਿੱਚ ਵੇਖਦਾ ਹੈ। ਸ਼ਾਇਦ ਇਹ ਵਿਚਾਰ ਤੁਹਾਡੇ ਵਿੱਚੋਂ ਕਈਆਂ ਲਈ ਸੁਖਵਾਵਾਂ ਨਾ ਹੋਵੇ, ਪਰ ਫਿਰ ਵੀ ਇਹ ਸੱਚ ਹੈ। ਉਹ ਘਰ ਵਿੱਚ ਹੈ ਅਤੇ ਸਾਡੇ ਦਿਲਾਂ ਨੂੰ ਵੇਖਦਾ ਹੈ। ਉਹ ਸਾਡੇ ਬਹਾਨਿਆਂ ਅਤੇ ਸਾਡੇ ਬਚਾਵਾਂ ਤੋਂ ਪਰੇ ਵੇਖਦਾ ਹੈ। ਉਹ ਸਾਡੇ ਦਿਲਾਂ ਨੂੰ ਵੇਖਦਾ ਹੈ ਕਿ ਉਹ ਕੀ ਹਨ ਅਤੇ ਉਹ ਜਾਣਦਾ ਹੈ ਕਿ ਸਾਡੀ ਨੇਚਾ ਸੱਚੀ ਹੈ ਜਾਂ ਨਹੀਂ। ਕੀ ਅਸੀਂ ਵਿਸ਼ਵਾਸ ਕਰਦੇ ਹਾਂ, ਜਿਵੇਂ ਇਹਨਾਂ ਚਾਰ ਮਨੁੱਖਾਂ ਨੇ ਕੀਤਾ, ਕਿ ਯਿਸੂ ਹੀ ਇੱਕ ਰਾਸਤਾ ਹੈ, ਜਾਂ ਅਸੀਂ ਸਿਰਫ ਕਲੀਸਿਆ ਨਾਲ ਖਿਲਵਾੜ ਕਰ ਰਹੇ ਹਾਂ? ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡਾ ਪ੍ਰਭੂ ਸਾਡੇ ਦਿਲਾਂ ਨੂੰ ਵੇਖਦਾ ਹੈ। ਆਓ ਅਸੀਂ ਆਪਣੇ ਦਿਲਾਂ ਨੂੰ ਜਾਂਚੀਏ ਅਤੇ ਖੁਦ ਵੇਖੀਏ ਅਤੇ ਉਸ ਬਾਰੇ ਸੱਚ ਬਣੀਏ ਜੋ ਅਸੀਂ ਵੇਖਦੇ ਹਾਂ। ਉਸ ਨੇ ਵਫਾਦਾਰ ਮਨੁੱਖਾਂ ਦੇ ਦਿਲਾਂ ਨੂੰ ਵੇਖਿਆ। ਭਾਗ ਐੜਾ, ਉਸ ਨੇ ਅਧਰੰਗੀ ਦੇ ਦਿਲ ਨੂੰ ਵੇਖਿਆ। ਪਰ ਦੂਜੀ ਗੱਲ ਤੇ ਧਿਆਨ ਦਿਓ, ਯਿਸੂ ਦੇ ਬੋਧ ਦਾ ਦੂਜਾ ਚਮਤਕਾਰ ਇਹ ਹੈ ਕਿ ਉਸ ਨੇ ਅਧਰੰਗੀ ਦੇ ਦਿਲ ਨੂੰ ਵੇਖਿਆ। ਐਤ 5 ਦੇ ਆਖਰੀ ਹਿੱਸੇ ਵਿੱਚ ਅਸੀਂ ਪੜ੍ਹਦੇ ਹਾਂ, ਅਤੇ ਯਿਸੂ ਨੇ ਉਹਨਾਂ ਦੀ ਨੇਚਾ ਨੂੰ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ, ਤੇਰੇ ਪਾਪ ਮਾਫ ਹੋਏ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਇਹ ਮਨੁੱਖ ਯਿਸੂ ਕੋਲੋਂ ਇਹ ਸੁਣਨ ਦੀ ਉਮੀਦ ਨਹੀਂ ਸੀ ਕਰ ਰਿਹਾ। ਉਹ ਮੰਜੀ ਤੇ ਲੇਟਿਆ ਹੋਇਆ ਅਤੇ ਇਸ ਲਈ ਛੱਤ ਥਾਣੀ ਲਮਕਾਇਆ ਗਿਆ ਕਿ ਉਹ ਕਿਸੇ ਨੂੰ ਇਹ ਕਹਿੰਦੇ ਸੁਣੇ ਕਿ ਉਸ ਦੇ ਪਾਪ ਮਾਫ ਹੋਏ, ਅਤੇ ਸ਼ਾਇਦ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਸ ਦਾ ਕੀ ਮਤਲਬ ਸੀ। ਕਿਉਂਕਿ ਤੁਸੀਂ ਵੇਖੋ, ਯਿਸੂ ਨੇ ਸਿਰਫ ਉਹਨਾਂ ਨੇਚਾ ਕਰਨ ਵਾਲੇ ਮਨੁੱਖਾਂ ਦੇ ਦਿਲਾਂ ਨੂੰ ਵੇਖਿਆ ਜਿਹੜੇ ਆਪਣੇ ਮਿੱਤਰ ਨੂੰ ਯਿਸੂ ਕੋਲ ਲੈ ਕੇ ਆਏ ਸਨ। ਉਸ ਨੇ ਉਸ ਮਨੁੱਖ ਦੇ ਦਿਲ ਨੂੰ ਵੀ ਵੇਖਿਆ ਜਿਸ ਨੂੰ ਉਹ ਲੈ ਕੇ ਆਏ ਸਨ, ਅਤੇ ਯਿਸੂ ਜਾਣਦਾ ਸੀ ਕਿ ਇਸ ਮਨੁੱਖ ਨੂੰ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਲੋੜ ਸੀ ਉਹ ਚੰਗਿਆਈ ਨਹੀਂ ਸੀ, ਪਰ ਪਾਪਾਂ ਤੋਂ ਮਾਫੀ ਸੀ। ਯਿਸੂ ਨੇ ਇੱਕ ਵਾਰ ਉਸ ਵੱਲ ਵੇਖਿਆ ਤੇ ਕਿਹਾ, ਹੇ ਪੁੱਤਰ, ਤੇਰੇ ਪਾਪ ਮਾਫ ਹੋਏ। ਅਤੇ ਉਸ ਸੂਝਵਾਨ ਭੀੜ ਦੇ ਕਾਰਨ ਜੋ ਉਸ ਦੇ ਆਲੇ ਦੁਆਲੇ ਖੜੀ ਸੀ, ਇਸ ਬਿਆਨ ਨੇ ਵੱਡਾ ਹੰਗਾਮਾ ਖੜਾ ਕਰ ਦਿੱਤਾ। ਉਹ ਇਸ ਗੱਲ ਨੂੰ ਨਹੀਂ ਸਮਝ ਸਕੇ ਅਤੇ ਕੁਝ ਹੀ ਪਲਾਂ ਵਿੱਚ ਅਸੀਂ ਵੇਖਾਂਗੇ ਕਿ ਉਹਨਾਂ ਦੀ ਇਸ ਪ੍ਰਤੀ ਕੀ ਪ੍ਰਤੀਕਿਰਿਆ ਸੀ। ਪਰ ਆਪਣੀਆਂ ਕਾਪੀਆਂ ਵਿੱਚ ਲਿਖ ਲਵੋ ਕਿ ਸਭ ਤੋਂ ਪਹਿਲਾਂ ਯਿਸੂ ਨੇ ਉਹਨਾਂ ਚਾਰ ਮਨੁੱਖਾਂ ਦੇ ਦਿਲਾਂ ਦੇ ਅੰਦਰ ਵੇਖਿਆ ਜਿਹੜੇ ਇਸ ਮਨੁੱਖ ਨੂੰ ਮਸੀਹ ਕੋਲ ਲੈ ਕੇ ਆਏ, ਅਤੇ ਫਿਰ ਯਿਸੂ ਨੇ ਉਸ ਮਨੁੱਖ ਦੇ ਦਿਲ ਅੰਦਰ ਵੇਖਿਆ ਜਿਸ ਨੂੰ ਉਹ ਲੈ ਕੇ ਆਏ ਸਨ ਅਤੇ ਜਾਣਦੇ ਸਨ ਕਿ ਉਹਨੂੰ ਕਿਸ ਚੀਜ਼ ਦੀ ਲੋੜ ਹੈ। ਭਾਗ ਈੜੀ, ਉਸ ਨੇ ਫਰੀਸੀਆਂ ਦੇ ਦਿਲਾਂ ਨੂੰ ਵੇਖਿਆ। ਅਤੇ ਫਿਰ ਤੀਜੀ ਗੱਲ, ਯਿਸੂ ਨੇ ਸਿਖਾਉਣ ਵਾਲੇ ਅਤੇ ਫਰੀਸੀਆਂ ਦੇ ਦਿਲਾਂ ਨੂੰ ਵੇਖਿਆ ਜਿਹੜੇ ਉੱਥੇ ਇਕੱਠੇ ਹੋਏ ਸਨ। ਐਤ 6 ਦੀ ਸ਼ੁਰੂਆਤ ਤੇ ਗੌਰ ਕਰੋ। ਪਰ ਕਈ ਗ੍ਰੰਥੀ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ, ਭਾਈ ਇਹ ਕਿਉਂ ਇਸ ਤਰ੍ਹਾਂ ਬੋਲਦਾ ਹੈ। ਹੁਣ ਉਹ ਉੱਚੀ ਉੱਚੀ ਬੋਲ ਕੇ ਨਹੀਂ ਕਹਿ ਰਹੇ ਸਨ, ਪਰ ਉਹ ਆਪਣੇ ਮਨਾਂ ਵਿੱਚ ਵਿਚਾਰ ਕਰ ਰਹੇ ਸਨ। ਹੁਣ ਇਹ ਵੇਖੋ, ਭਾਈ ਇਹ ਕਿਉਂ ਇਸ ਤਰ੍ਹਾਂ ਬੋਲਦਾ ਹੈ, ਇਹ ਕੁਫਰ ਬਕਦਾ ਹੈ। ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕੌਣ ਪਾਪ ਮਾਫ ਕਰ ਸਕਦਾ ਹੈ। ਅਤੇ ਉਵੇਂ ਯਿਸੂ ਨੇ ਆਪਣੇ ਆਤਮਾ ਨਾਲ ਜਾਣ ਕੇ ਜੋ ਉਹ ਆਪਣੇ ਮਨਾਂ ਵਿੱਚ ਇਉਂ ਵਿਚਾਰ ਕਰਦੇ ਹਨ, ਉਹਨਾਂ ਨੂੰ ਕਿਹਾ, ਤੁਸੀਂ ਕਾਹਨੂੰ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਰਦੇ ਹੋ? ਤੁਸੀਂ ਜਾਣਦੇ ਹੋ ਯਿਸੂ ਦੇ ਆਲੇ ਦੁਆਲੇ ਹੋਣਾ ਸੱਚਮੁੱਚ ਅਣਸੁਖਾਵਾਂ ਹੈ। ਜੋ ਕੁਝ ਵੀ ਤੁਹਾਡੇ ਦਿਲ ਵਿੱਚ ਚੱਲ ਰਿਹਾ ਹੁੰਦਾ ਹੈ, ਉਹ ਤੁਹਾਡੇ ਕਹਿਣ ਤੋਂ ਪਹਿਲਾਂ ਜਾਣਦਾ ਹੈ। ਇਸ ਲਈ ਇਹਨਾਂ ਲੋਕਾਂ ਦੇ ਮਨਾਂ ਵਿੱਚ ਇਹ ਵਿਚਾਰ ਸਨ, ਅਤੇ ਯਿਸੂ ਉਹਨਾਂ ਵੱਲ ਵੇਖਦਾ ਅਤੇ ਕਹਿੰਦਾ ਹੈ, ਤੁਸੀਂ ਅਜਿਹੇ ਵਿਚਾਰ ਕਿਉਂ ਕਰਦੇ ਹੋ? ਯਿਸੂ ਉਹਨਾਂ ਦੇ ਵਿਚਾਰਾਂ ਨੂੰ ਵਿਅਕਤ ਹੋਣ ਤੋਂ ਪਹਿਲਾਂ ਹੀ ਜਾਣਦਾ ਸੀ। ਯਿਸੂ ਉਹਨਾਂ ਦੇ ਹਾਵ ਭਾਵ ਨੂੰ ਜਾਣਦਾ ਸੀ, ਅਤੇ ਇਸ ਤੋਂ ਪਹਿਲਾਂ ਕਿ ਉਹ ਕੋਈ ਸ਼ਬਦ ਬੋਲਦੇ, ਯਿਸੂ ਜਾਣਦਾ ਸੀ ਕਿ ਉਹਨਾਂ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ। ਉਹ ਜ਼ੋਰ ਨਾਲ ਨਹੀਂ ਬੋਲ ਰਹੇ ਸਨ, ਪਰ ਯਿਸੂ ਉਹਨਾਂ ਦੇ ਦਿਲ ਨੂੰ ਇੱਕ ਖੁੱਲੀ ਕਿਤਾਬ ਵਾਂਗੂ ਪੜ੍ਹ ਰਿਹਾ ਸੀ। ਗ੍ਰੰਥੀ ਇੱਕ ਆਮ ਗਲਤੀ ਕਰ ਰਹੇ ਸਨ, ਇੱਕ ਅਜਿਹੀ ਗਲਤੀ ਜਿਸ ਦੀ ਕੀਮਤ ਆਖਰਕਾਰ ਯਿਸੂ ਨੂੰ ਆਪਣੇ ਜੀਵਨ ਦੇ ਕੇ ਚੁਕਾਉਣੀ ਪਈ। ਯਿਸੂ ਕੌਣ ਸੀ, ਉਸ ਨੂੰ ਨਾ ਸਮਝ ਸਕੇ। ਉਹ ਗਲਤੀ ਕਰ ਰਹੇ ਸਨ
ਦਰਅਸਲ ਯਹੂਨਾ 5:18 ਵਿੱਚ ਅਸੀਂ ਪੜ੍ਹਦੇ ਹਾਂ, ਇਸ ਕਾਰਨ ਯਹੂਦੀ ਹੋਰ ਵੀ ਉਹਦੇ ਮਾਰ ਸੁੱਟਣ ਦੇ ਮਗਰ ਪਏ, ਕਿਉਂਕਿ ਉਹ ਕੇਵਲ ਸਬਤ ਦੇ ਦਿਨ ਦੀ ਹੀ ਉਲੰਘਣਾ ਨਹੀਂ ਸੀ ਕਰਦਾ, ਸਗੋਂ ਪਰਮੇਸ਼ਰ ਨੂੰ ਆਪਣਾ ਪਿਤਾ ਕਹਿ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਤੁੱਲ ਬਣਾਉਂਦਾ ਸੀ। ਉਸ ਦਿਨ ਗ੍ਰੰਥੀ ਅਤੇ ਫਰੀਸੀ ਪਰੇਸ਼ਾਨ ਸਨ, ਕਿਉਂਕਿ ਉਹਨਾਂ ਦੇ ਅੰਦਾਜ਼ੇ ਨਾਲ ਯਿਸੂ ਕਹਿ ਰਿਹਾ ਸੀ ਕਿ ਉਹ ਪਰਮੇਸ਼ਰ ਸੀ। ਫਰੀਸੀਆਂ ਨੇ ਵਿਸ਼ਵਾਸ ਕੀਤਾ ਕਿ ਯਿਸੂ ਪਰਮੇਸ਼ਰ ਦੇ ਤੁੱਲ ਹੋਣ ਦਾ ਦਾਅਵਾ ਕਰ ਰਿਹਾ ਸੀ ਅਤੇ ਉਹ ਸਮਝ ਨਹੀਂ ਸਕੇ ਕਿ ਇਹ ਕਿਵੇਂ ਮੁਮਕਿਨ ਹੋ ਸਕਦਾ ਸੀ। ਨੰਬਰ 1, ਉਸਨੇ ਉਹਨਾਂ ਦੇ ਗਲਤ ਵਿਚਾਰਾਂ ਨੂੰ ਵੇਖਿਆ। ਹੁਣ ਮੈਂ ਚਾਹੁੰਦਾ ਹਾਂ ਤੁਸੀਂ ਇੱਕ ਚੀਜ਼ ਤੇ ਗੌਰ ਕਰੋ। ਤੁਸੀਂ ਵੀ ਇੱਕ ਪਲ ਲਈ ਸੋਚੋ, ਇਹ ਸੱਚਮੁੱਚ ਇੱਕ ਛੋਟਾ ਜਿਹਾ ਪਰ ਦਿਲਚਸਪ ਮੁੱਦਾ ਹੈ ਜਿਸ ਬਾਰੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਇਹ ਬਿਆਨ ਜੋ ਇਹਨਾਂ ਮਨੁੱਖਾਂ ਨੇ ਦਿੱਤਾ ਇੱਕ ਛੋਟਾ ਜਿਹਾ ਸਹੀ ਪੂਰਵ ਕਥਿਤ ਤੱਥ ਸੀ, ਪਰ ਉਸ ਦਾ ਨਿਚੋੜ ਗਲਤ ਸੀ। ਕੀ ਤੁਸੀਂ ਜਾਣਦੇ ਹੋ, ਸਹੀ ਪੂਰਵ ਕਥਿਤ ਤੱਥ ਹੋਣ ਦੇ ਬਾਵਜੂਦ ਵੀ ਇਸ ਦਾ ਗਲਤ ਨਿਚੋੜ ਕੱਢਣਾ ਮੁਮਕਿਨ ਹੈ। ਜੇ ਅਸੀਂ ਕਿਸੇ ਗੱਲ ਨੂੰ ਅੱਜ ਕਹਿਣਾ ਹੁੰਦਾ ਤਾਂ ਇਸ ਤਰ੍ਹਾਂ ਕਹਿੰਦੇ, ਇਹ ਬੰਦਾ ਕਹਿ ਰਿਹਾ ਹੈ ਕਿ ਉਹ ਸਾਡੇ ਪਾਪ ਮਾਫ ਕਰ ਸਕਦਾ ਹੈ, ਸਿਰਫ ਪਰਮੇਸ਼ਰ ਹੀ ਪਾਪ ਮਾਫ ਕਰ ਸਕਦਾ ਹੈ, ਇਸ ਲਈ ਇਹ ਸੱਚਮੁੱਚ ਗਲਤ ਵਿਚਾਰ ਹੈ। ਇਹ ਬੰਦਾ ਕੁਫਰ ਵਕਦਾ ਹੈ। ਇਹ ਸੀ ਉਹਨਾਂ ਦੀ ਪ੍ਰਤੀਕਿਰਿਆ। ਸਹੀ ਪੂਰਵ ਕਥਿਤ ਤੱਥ ਗਲਤ ਨਿਚੋੜ। ਉਹ ਸਹੀ ਨਿਚੋੜ ਨੂੰ ਭੁੱਲ ਗਏ। ਉਹਨਾਂ ਨੂੰ ਇਸ ਤਰੀਕੇ ਕਹਿਣਾ ਚਾਹੀਦਾ ਸੀ, ਇਹ ਬੰਦਾ ਕਹਿੰਦਾ ਹੈ ਕਿ ਉਹ ਪਾਪ ਮਾਫ ਕਰ ਸਕਦਾ ਹੈ, ਸਿਰਫ ਪਰਮੇਸ਼ਰ ਹੀ ਪਾਪ ਮਾਫ ਕਰ ਸਕਦਾ ਹੈ, ਇਸ ਲਈ ਇਹ ਬੰਦਾ ਪਰਮੇਸ਼ਰ ਹੈ। ਉਹ ਸਾਫ਼ ਤੌਰ ਤੇ ਇਹ ਗੱਲ ਭੁੱਲ ਗਏ ਕਿਉਂਕਿ ਉਹਨਾਂ ਅੰਦਰ ਆਮ ਪੱਖਪਾਤ ਸੀ, ਕਿਉਂਕਿ ਮਸੀਹ ਤੋਂ ਬਗੈਰ ਲੋਕਾਂ ਵਿੱਚ ਪਰਮੇਸ਼ਰ ਖਿਲਾਫ ਪੱਖਪਾਤ ਸੀ ਅਤੇ ਉਹ ਨਹੀਂ ਸਮਝ ਸਕੇ ਕਿ ਇਹ ਬੰਦਾ ਪਰਮੇਸ਼ਰ ਹੋ ਸਕਦਾ ਸੀ। ਉਹਨਾਂ ਨੇ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਦੇ ਵਿਚਾਰ ਕੀਤੇ। ਨੰਬਰ 2, ਉਸਨੇ ਉਹਨਾਂ ਦੇ ਮੂਰਖ ਤਰਕ ਨੂੰ ਵੇਖਿਆ ਅਤੇ ਫਿਰ ਬੇਸ਼ੱਕ ਨਾ ਸਿਰਫ ਉਹਨਾਂ ਦਾ ਵਿਚਾਰ ਗਲਤ ਸੀ, ਪਰ ਉਹਨਾਂ ਦਾ ਤਰਕ ਵੀ ਮੂਰਖ ਸੀ। ਐਤ 9 ਤੇ 11 ਯਿਸੂ ਕਹਿੰਦਾ ਹੈ, ਕਿਹੜੀ ਗੱਲ ਸੁਖਾਲੀ ਹੈ, ਇਸ ਅਧਰੰਗੀ ਨੂੰ ਇਹ ਕਹਿਣਾ ਜੋ ਤੇਰੇ ਪਾਪ ਮਾਫ ਹੋਏ, ਜਾਂ ਇਹ ਕਹਿਣਾ ਉੱਠ ਅਤੇ ਆਪਣੀ ਮੰਜੀ ਚੁੱਕ ਤੇ ਤੁਰ। ਪਰ ਇਸ ਲਈ ਜੋ ਤੁਸੀਂ ਜਾਣੋ, ਭਾਈ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਦਿੱਤਾ ਹੈ। ਉਹਨੇ ਅਧਰੰਗੀ ਨੂੰ ਆਖਿਆ, ਮੈਂ ਤੈਨੂੰ ਆਖਦਾ ਹਾਂ, ਉੱਠ ਆਪਣੀ ਮੰਜੀ ਚੁੱਕ ਘਰ ਚਲਾ ਜਾ। ਹੁਣ ਜਦੋਂ ਇਸ ਨੂੰ ਤੁਸੀਂ ਪਹਿਲੀ ਵਾਰ ਪੜ੍ਹਦੇ ਹੋ ਤਾਂ ਸਮਝਣਾ ਔਖਾ ਹੈ, ਪਰ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇੱਥੇ ਕੀ ਹੋ ਰਿਹਾ ਹੈ। ਯਿਸੂ ਨੇ ਸਿਰਫ ਫਰੀਸੀਆਂ ਦੇ ਗਲਤ ਵਿਚਾਰ ਨੂੰ ਵੇਖਿਆ, ਉਸਨੇ ਉਹਨਾਂ ਦੇ ਮੂਰਖ ਤਰਕ ਨੂੰ ਵੀ ਵੇਖਿਆ। ਧਿਆਨ ਨਾਲ ਸੁਣੋ, ਪਾਪਾਂ ਦੀ ਮਾਫੀ ਇੱਕ ਇਲਾਹੀ ਕਾਰਜ ਹੈ ਜੋ ਕਿ ਅਣਡਿੱਠਾ ਜਾਂ ਆਤਮਿਕ ਹੈ। ਮਾਫੀ ਦੀ ਅਸਲੀਅਤ ਨੂੰ ਮਨੁੱਖੀ ਨਿਰੀਖਣ ਰਾਹੀਂ ਨਹੀਂ ਜਾਂਚਿਆ ਜਾ ਸਕਦਾ। ਜੇ ਤੁਸੀਂ ਕਿਸੇ ਕੋਲ ਜਾ ਕੇ ਉਸ ਨੂੰ ਕਹੋ ਕਿ ਤੂੰ ਜਾਣਦਾ ਹੈ ਤੇਰੇ ਪਾਪ ਮਾਫ ਹੋ ਗਏ ਹਨ, ਤਾਂ ਕੋਈ ਦੁਨਿਆਵੀ ਤਰੀਕਾ ਨਹੀਂ ਜਾਂ ਦੁਨਿਆਵੀ ਜਾਂਚ ਨਹੀਂ ਹੈ ਜਿਸ ਨਾਲ ਤੁਸੀਂ ਜਾਂਚ ਸਕੋ ਕਿ ਤੁਸੀਂ ਸੱਚ ਕਹਿ ਰਹੇ ਹੋ ਜਾਂ ਨਹੀਂ। ਮੇਰਾ ਮਤਲਬ ਹੈ, ਤੁਸੀਂ ਇਸ ਨੂੰ ਕਿਵੇਂ ਜਾਣੋਗੇ? ਪਾਪ ਦੀ ਮਾਫੀ ਸਾਡੇ ਅਣਡਿੱਠੇ ਹਿੱਸੇ ਵਿੱਚ ਹੁੰਦੀ ਹੈ, ਸਾਡੇ ਆਤਮਿਕ ਹਿੱਸੇ ਵਿੱਚ। ਤੁਸੀਂ ਇਸ ਨੂੰ ਵੇਖ ਨਹੀਂ ਸਕਦੇ, ਇਹ ਤੁਹਾਡੇ ਚਿਹਰੇ ਤੇ ਦਿਖਾਈ ਨਹੀਂ ਦਿੰਦੀ। ਇਹ ਉਸ ਤਰ੍ਹਾਂ ਹੈ ਜਿਵੇਂ ਯਿਸੂ ਨੇ ਨਿਕੋਦਿਮਸ ਨੂੰ ਕਿਹਾ ਸੀ। ਕੀ ਤੈਨੂੰ ਯਾਦ ਹੈ? ਯਿਸੂ ਨੇ ਕਿਹਾ ਕਿ ਪਰਮੇਸ਼ਰ ਦਾ ਆਤਮਾ ਇੱਕ ਪੌਣ ਵਰਗਾ ਹੈ। ਤੁਸੀਂ ਨਹੀਂ ਜਾਣਦੇ ਕਿ ਪੌਣ ਕਿੱਧਰੋਂ ਆਉਂਦੀ ਹੈ, ਤੁਸੀਂ ਸਿਰਫ ਪੌਣ ਦਾ ਨਤੀਜਾ ਵੇਖ ਸਕਦੇ ਹੋ। ਤੁਸੀਂ ਮਾਫੀ ਵਿੱਚ ਆਤਮਾ ਦੇ ਕੰਮ ਨੂੰ ਨਹੀਂ ਵੇਖ ਸਕਦੇ। ਕਈ ਵਾਰ ਤੁਸੀਂ ਇਸ ਦੇ ਨਤੀਜੇ ਨੂੰ ਵੀ ਨਹੀਂ ਵੇਖ ਸਕਦੇ, ਪਰ ਯਿਸੂ ਇੱਥੇ ਕਹਿ ਰਿਹਾ ਹੈ ਕਿ ਉਸ ਨੇ ਇਸ ਬੰਦੇ ਦੇ ਪਾਪ ਨੂੰ ਮਾਫ ਕਰ ਦਿੱਤਾ ਹੈ। ਇਹ ਇੱਕ ਅਜਿਹੀ ਚੀਜ਼ ਸੀ ਜੋ ਇਸ ਬੰਦੇ ਦੇ ਅਣਡਿੱਠੇ ਹਿੱਸੇ, ਆਤਮਿਕ ਹਿੱਸੇ ਵਿੱਚ ਹੋਈ ਸੀ। ਅਤੇ ਫਿਰ ਪਵਿੱਤਰ ਵਚਨ ਸਾਨੂੰ ਦੱਸਦਾ ਹੈ, ਉਸ ਨੇ ਉਸ ਬੰਦੇ ਦੇ ਪਾਪ ਮਾਫ ਕਰਨ ਤੋਂ ਬਾਅਦ ਉਸ ਨੂੰ ਕਿਹਾ, ਚੰਗਾ ਹੋ ਜਾ। ਜਦੋਂ ਯਿਸੂ ਨੇ ਵਚਨ ਬੋਲਿਆ ਤੇ ਉਹ ਅਧਰੰਗੀ ਚੰਗਾ ਹੋ ਗਿਆ। ਇਹ ਇੱਕ ਵੱਖਰਾ ਮਸਲਾ ਹੈ। ਇਹ ਇੱਕ ਅਜਿਹਾ ਕੰਮ ਸੀ ਜਿਸ ਦੀ ਮਨੁੱਖੀ ਤੌਰ ਤੇ ਜਾਂਚ ਕੀਤੀ ਜਾ ਸਕਦੀ ਸੀ ਕਿ ਉਹ ਸੱਚਮੁੱਚ ਚੰਗਾ ਹੋਇਆ ਸੀ ਜਾਂ ਨਹੀਂ। ਇੱਥੇ ਉਹ ਬੰਦਾ ਹੈ ਜਿਹੜਾ ਜ਼ਿੰਦਗੀ ਭਰ ਅਧਰੰਗੀ ਸੀ। ਜੇ ਉਹ ਉੱਠ ਕੇ ਆਪਣੀ ਮੰਜੀ ਚੁੱਕ ਕੇ ਉਸ ਘਰ ਵਿੱਚੋਂ ਤੁਰ ਪਵੇ ਤਾਂ ਤੁਹਾਨੂੰ ਇਸ ਦਾ ਅਹਿਸਾਸ ਹੋ ਜਾਵੇਗਾ ਕਿ ਉਹ ਚੰਗਾ ਹੋ ਗਿਆ ਹੈ। ਪਿਆਰੇ ਦਰਸ਼ਕੋ, ਤੁਸੀਂ ਦੇਖ ਰਹੇ ਸੀ ਆਪਣਾ ਮਨਪਸੰਦ ਪ੍ਰੋਗਰਾਮ ਦਿਸ਼ਾ ਪਰਿਵਰਤਨ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਪ੍ਰਭੂ ਯਿਸੂ ਜੀ ਦੇ ਜੀਵਨ ਦੇ ਉੱਤੇ ਗੌਰ ਕਰ ਰਹੇ ਹਾਂ। ਅਸੀਂ ਉਹਨਾਂ ਦੇ ਵਚਨਾਂ ਉੱਤੇ ਅਤੇ ਉਹਨਾਂ ਦੇ ਕੰਮਾਂ ਤੋਂ ਸਿੱਖ ਰਹੇ ਹਾਂ। ਸਾਡੇ ਅੱਜ ਦੀ ਅਧਿਐਨ ਦੇ ਵਿੱਚ ਅਸੀਂ ਅਖਤਿਆਰ ਦੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਮਾਫੀ ਦੇ ਅਖਤਿਆਰ ਦੇ ਬਾਰੇ ਸਿੱਖ ਰਹੇ ਸੀ
ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਦਾ ਰਿਸ਼ਤਾ ਦੂਜੇ ਰਿਸ਼ਤਿਆਂ ਨਾਲੋਂ ਵੱਖਰਾ ਹੈ। ਜਿੰਨਾ ਜ਼ਿਆਦਾ ਤੁਸੀਂ ਪ੍ਰਭੂ ਯਿਸੂ ਜੀ ਨੂੰ ਜਾਣਦੇ ਹੋ, ਉਨਾ ਜ਼ਿਆਦਾ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਜਾਂਦੇ ਹੋ। ਅੱਜ ਅਸੀਂ ਪ੍ਰਭੂ ਯਿਸੂ ਜੀ ਦੇ ਇੱਕ ਹੋਰ ਚਮਤਕਾਰ ਬਾਰੇ ਜਾਣਿਆ। ਇਹ ਚਮਤਕਾਰ ਉਹਨਾਂ ਨੇ ਕਫਰਨਹੂਮ ਦੇ ਵਿੱਚ ਕੀਤਾ। ਯਿਸੂ ਜੀ ਨੇ ਜਿਸ ਘਰ ਦੇ ਵਿੱਚ ਇਹ ਚਮਤਕਾਰ ਕੀਤਾ, ਉਸ ਘਰ ਦੇ ਵਿੱਚ ਪੈਰ ਧਰਨ ਦੀ ਵੀ ਜਗ੍ਹਾ ਨਹੀਂ ਸੀ। ਅਸੀਂ ਜਾਣਿਆ ਕਿ ਉਸ ਘਰ ਦੇ ਵਿੱਚ ਚੰਗਿਆਈ ਹੋ ਰਹੀ ਸੀ ਅਤੇ ਉਸ ਘਰ ਦੇ ਵਿੱਚ ਬਹੁਤ ਹੀ ਸੂਝਵਾਨ ਅਤੇ ਵਿਦਵਾਨ ਲੋਕ, ਜੋ ਕਿ ਵਿਵਸਥਾ ਨੂੰ ਸਿਖਾਉਣ ਵਾਲੇ ਹਨ, ਇਕੱਠੇ ਹੋਏ ਸੀ। ਪ੍ਰਭੂ ਯਿਸੂ ਜੀ ਨੇ ਇਸ ਵਿਦਵਾਨ ਅਤੇ ਸੂਝਵਾਨ ਲੋਕਾਂ ਨੂੰ ਵਚਨ ਸੁਣਾਇਆ। ਪ੍ਰਭੂ ਯਿਸੂ ਜੀ ਨੇ ਉੱਥੇ ਯਹੂਦੀਆਂ, ਫਰੀਸੀਆਂ ਅਤੇ ਗ੍ਰੰਥੀਆਂ ਨੂੰ ਵਚਨ ਸੁਣਾਇਆ। ਇਹ ਇੱਕ ਅਨੋਖਾ ਪਲ ਸੀ, ਕਿਉਂਕਿ ਇਸ ਘਰ ਦੇ ਵਿੱਚ ਇੱਕ ਅਧਰੰਗੀ ਨੂੰ ਲਿਆਇਆ ਗਿਆ, ਪਰ ਭੀੜ ਜ਼ਿਆਦਾ ਹੋਣ ਕਰਕੇ ਉਹਨੂੰ ਘਰ ਦੀ ਛੱਤ ਉਧੇੜ ਕੇ ਉਸ ਦੀ ਮੰਜੀ ਨੂੰ ਪ੍ਰਭੂ ਯਿਸੂ ਜੀ ਦੇ ਸਾਹਮਣੇ ਉਤਾਰਿਆ ਗਿਆ। ਯਿਸੂ ਜੀ ਉਹਨਾਂ ਲੋਕਾਂ ਦੇ ਵਿਸ਼ਵਾਸ ਨੂੰ ਵੇਖ ਕੇ ਉਸ ਅਧਰੰਗੀ ਨੂੰ ਕਹਿੰਦੇ ਹਨ ਕਿ ਹੇ ਪੁੱਤਰ, ਤੇਰੇ ਪਾਪ ਮਾਫ ਹੋਏ, ਅਤੇ ਉਹ ਅਧਰੰਗੀ ਠੀਕ ਹੋ ਗਿਆ। ਅਸੀਂ ਯਿਸੂ ਜੀ ਦੇ ਬੋਧ ਦੇ ਚਮਤਕਾਰਾਂ ਨੂੰ ਵੇਖਿਆ। ਇਸ ਦੇ ਲਈ ਅਸੀਂ ਵੇਖਿਆ ਕਿ ਉਹਨੇ ਉੱਥੇ 4 ਵਫਾਦਾਰ ਮਨੁੱਖਾਂ ਦੇ ਦਿਲਾਂ ਨੂੰ ਵੇਖਿਆ। ਪ੍ਰਭੂ ਯਿਸੂ ਜੀ ਨੇ ਇਹਨਾਂ 4 ਮਨੁੱਖਾਂ ਦੇ ਦਿਲਾਂ ਨੂੰ ਵੇਖਿਆ ਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਯਿਸੂ ਜੀ ਉਸ ਅਧਰੰਗੀ ਨੂੰ ਠੀਕ ਕਰ ਸਕਦੇ ਹਨ। ਅਸੀਂ ਜਾਣਿਆ ਕਿ ਉਹ ਅਧਰੰਗੀ ਨਾ ਸਿਰਫ ਆਪਣੇ ਵਿਸ਼ਵਾਸ ਦੇ ਕਾਰਨ ਚੰਗਾ ਹੋਇਆ, ਬਲਕਿ ਆਪਣੇ ਦੋਸਤਾਂ ਦੇ ਵਿਸ਼ਵਾਸ ਦੇ ਕਰਕੇ ਵੀ ਚੰਗਾ ਹੋਇਆ। ਦੋਸਤੋ, ਪ੍ਰਭੂ ਯਿਸੂ ਜੀ ਜਾਣਦੇ ਹਨ ਕਿ ਸਾਡਾ ਵਿਸ਼ਵਾਸ ਸੱਚਾ ਹੈ ਜਾਂ ਨਹੀਂ। ਦੋਸਤੋ, ਸਾਡਾ ਪ੍ਰਭੂ ਸਾਡੇ ਦਿਲਾਂ ਨੂੰ ਵੇਖਦਾ ਹੈ, ਜਿਵੇਂ ਕਿ ਉਹਨੇ ਇਸ ਅਧਰੰਗੀ ਵਿਅਕਤੀ ਦੇ ਦਿਲ ਅਤੇ ਉਸ ਨੂੰ ਯਿਸੂ ਜੀ ਦੇ ਕੋਲ ਲਿਆਉਣ ਵਾਲੇ ਮਨੁੱਖਾਂ ਦੇ ਦਿਲਾਂ ਨੂੰ ਵੇਖਿਆ। ਕੀ ਸਾਡੇ ਦਿਲ ਸਾਫ਼ ਹਨ? ਦੋਸਤੋ, ਹੁਣ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ ਅਤੇ ਇਸ ਅਧਿਐਨ ਦੇ ਬਾਕੀ ਦੇ ਹਿੱਸੇ ਦੇ ਲਈ ਇਸ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਜੀ ਦੇ ਨਾਮ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ, ਧੰਨਵਾਦ ਦਿੰਦੇ ਅੱਜ ਦੇ ਅੱਛੇ ਵਚਨ ਦੇ ਲਈ ਪ੍ਰਭੂ, ਜਿਸ ਤੋਂ ਅਸੀਂ ਸਿੱਖਿਆ ਕਿ ਜੇ ਸਾਡੇ ਮਨ ਦੇ ਵਿੱਚ ਕੁਝ ਕਰਨ ਦੀ ਇੱਛਾ ਹੈ ਤਾਂ ਅਸੀਂ ਉਸ ਤੋਂ ਪਿੱਛੇ ਨਾ ਹਟੀਏ। ਪ੍ਰਭੂ ਜੀ, ਅੱਜ ਅਸੀਂ ਅਧਰੰਗੀ ਦੀ ਕਹਾਣੀ ਤੋਂ ਸਿੱਖਿਆ ਕਿ ਸਾਡੀ ਪਰਿਸਥਿਤੀਆਂ ਕਿੱਦਾਂ ਦੀ ਵੀ ਕਿਉਂ ਨਾ ਆਏ, ਜੇ ਸਾਡੇ ਵਿਸ਼ਵਾਸ ਪ੍ਰਭੂ ਜੀ ਤੁਹਾਡੇ ਉੱਤੇ ਪੂਰਾ ਹੈ ਤਾਂ ਸਾਨੂੰ ਆਪਣੇ ਕੰਮ ਨੂੰ ਕਰਨ 'ਚ ਕਿਸੇ ਵੀ ਤਰੀਕੇ ਨਾਲ ਝਿਜਕਣਾ ਨਹੀਂ ਚਾਹੀਦਾ। ਦੂਜੀ ਗੱਲ ਪਿਤਾ ਪਰਮੇਸ਼ਰ, ਅਸੀਂ ਸਿੱਖੀ ਕਿ ਜਿਹੜੇ ਸਾਡੇ ਦੋਸਤ ਮਿੱਤਰ, ਰਿਸ਼ਤੇਦਾਰ, ਭੈਣ ਭਰਾ ਅਗਰ ਕੋਈ ਬਿਮਾਰ ਹੈ ਤਾਂ ਉਸ ਦੇ ਲਈ ਪ੍ਰਭੂ ਜੀ ਅਸੀਂ ਪੂਰਾ ਜ਼ੋਰ ਲਗਾ ਦਈਏ। ਜਿੱਦਾਂ ਕਿ ਪ੍ਰਭੂ ਜੀ ਇਸ ਅਧਰੰਗੀ ਦੇ ਦੋਸਤਾਂ ਨੇ ਪੂਰੀ ਕੋਸ਼ਿਸ਼ ਕੀਤੀ ਔਰ ਉਸ ਘਰ ਦੀ ਛੱਤ ਨੂੰ ਫਾੜ ਕੇ ਪ੍ਰਭੂ ਜੀ ਉਹਦੀ ਮੰਜੀ ਨੂੰ ਤੁਹਾਡੇ ਅੱਗੇ ਰੱਖ ਦਿੱਤਾ ਤਾਂ ਕਿ ਉਹ ਠੀਕ ਹੋ ਸਕੇ। ਪਿਤਾ ਪਰਮੇਸ਼ਰ, ਜਿਹੜੀ ਸਿੱਖਿਆਵਾਂ ਤੁਸੀਂ ਅੱਜ ਆਪਣੇ ਵਚਨ ਦੇ ਦੁਆਰਾ ਦਿੱਤੀਆਂ ਉਹ ਸੱਚਮੁੱਚ ਅਨਮੋਲ ਹਨ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲ ਕਰਦੇ ਹੋ ਅਤੇ ਸਾਨੂੰ ਦਿਨ ਪ੍ਰਤੀ ਦਿਨ ਸਿੱਧ ਕਰਦੇ ਜਾਂਦੇ ਹੋ। ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਇਹਨਾਂ ਸਾਰੀ ਗੱਲਾਂ ਵਾਸਤੇ। ਮੇਰੀ ਪ੍ਰਾਰਥਨਾ ਹੈ ਸਾਡਾ ਜਿਹੜਾ ਅੱਜ ਦਾ ਵਚਨ ਜੋ ਅਸੀਂ ਤੁਹਾਡੇ ਤੋਂ ਸਿੱਖਿਆ ਉਹ ਸਾਡੇ ਦਿਲ ਦੇ ਵਿੱਚ ਗਹਿਰਾਈ ਨਾਲ ਨਕਸ਼ ਕਰ ਜਾਏ ਤੇ ਬਹੁਤ ਸਾਰਾ ਫਲ ਲੈ ਕੇ ਆਏ। ਧੰਨਵਾਦ ਦਿੰਦੇ ਪਰਮੇਸ਼ਰ ਸਾਰੀ ਗੱਲਾਂ ਵਾਸਤੇ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।